इफ़ यू आर इन कैनेडा ऑन अ वर्क परमिट स्टडी परमिट या फिर तुसी PR हो या सिटीजन हो आई एम श्योर ਤੁਹਾਡੇ ਮਨ ਦੇ ਵਿੱਚ ਕਦੇ ਨਾ ਕਦੇ ਜ਼ਰੂਰ ਆਂਦਾ ਹੈ ਕਿ ਅਸੀਂ ਆਪਣੇ ਸਿਬਲਿੰਗਸ ਨੂੰ ਵੀ ਕੈਨੇਡਾ ਦੇ ਵਿੱਚ ਐਜ਼ ਅ ਵਿਜ਼ਿਟਰ ਜ਼ਰੂਰ ਬੁਲਾਈਏ। This video is for you. I am Richa and I'm a regulated Canadian immigration consultant ਤੇ ਇਸ profession ਦੇ ਵਿੱਚ ਅਸੀਂ ਜਦੋਂ ਦੇ ਐਂਟਰ ਹੋਏ ਆ ਇੱਕ ਜਿਹੜਾ ਹੌਟ ਟੌਪਿਕ ਹਮੇਸ਼ਾ ਰਹਿੰਦਾ ਹੈ ਉਹ ਹੁੰਦਾ ਵਿਜ਼ਿਟਰ ਵੀਜ਼ਾਸ ਨੂੰ ਲੈ ਕੇ, ਸਪੈਸ਼ਲੀ ਜੋ ਆਪਣੇ ਸਿਬਲਿੰਗਸ ਹੁੰਦੇ ਨੇ ਜੋ ਬੈਕ ਹੋਮ ਨਾ ਤਾਂ ਕੋਈ ਐਜੂਕੇਸ਼ਨ ਦੇ ਵਿੱਚ ਇੰਨੇ ਜ਼ਿਆਦਾ ਵਿਅਸਤ ਹਨ, ਨਾ ਹੀ ਕੋਈ ਜੌਬ ਕਰ ਰਹੇ ਨੇ ਜਾਂ ਨਾ ਹੀ ਕੋਈ ਉਹਨਾਂ ਦਾ ਬਿਜ਼ਨਸ ਹੈ, ਐਂਡ ਔਨ ਟੌਪ ਆਫ ਦੈਟ ਉਹ ਸਿੰਗਲ ਵੀ ਨੇ। ਸੋ ਬੇਸਿਕਲੀ ਕਹਿਣ ਦਾ ਮਤਲਬ ਹੈ ਕਿ ਜਿਨ੍ਹਾਂ ਦੀਆਂ ਕੋਈ ਹੋਮ ਟਾਈਜ਼ ਨਹੀਂ, ਜੋ ਵਾਪਸ ਪਤਾ ਹੁੰਦਾ ਹੈ ਕਿ ਨਹੀਂ ਜਾਣਗੇ, ਤੇ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਤੇ ਕਿਵੇਂ ਬੁਲਾਇਆ ਜਾਵੇ। ਅਕਸਰ ਜਦੋਂ ਵੀ ਕੁਐਰੀਜ਼ ਆਉਂਦੀਆਂ ਨੇ ਸਾਡੇ ਕੋਲ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਤਾਂ ਹਮੇਸ਼ਾ ਇਹ ਕੁਐਸਚਨ ਪੁੱਛਿਆ ਜਾਂਦਾ ਹੈ, ਖਾਸ ਕਰ ਜਿਨ੍ਹਾਂ ਦੀ ਨਵੀਂ PR ਆਈ ਹੁੰਦੀ ਹੈ ਜਾਂ ਜੋ ਸਿਟੀਜ਼ਨ ਹੁੰਦੇ ਨੇ ਕਿ ਮੈਂ ਇੱਥੇ ਸਿਟੀਜ਼ਨ ਹਾਂ ਜਾਂ PR ਹਾਂ ਤੇ ਮੇਰਾ ਬ੍ਰਦਰ ਜਾਂ ਸਿਸਟਰ ਇੰਡੀਆ ਦੇ ਵਿੱਚ ਹੈ, ਪਾਕਿਸਤਾਨ ਦੇ ਵਿੱਚ ਹੈ ਤੇ ਮੈਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹੁੰਦਾ ਹਾਂ। ਨਾਓ ਦ ਮੇਨ ਕੁਐਸਚਨ ਇਜ਼ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਵੀਜ਼ਾ ਆਫਿਸਰ ਕਿਹਦੀ ਪ੍ਰੋਫਾਈਲ ਪਹਿਲਾਂ ਦੇਖ ਰਿਹਾ ਹੈ, ਕਿ ਉਹ ਜੋ ਇਨਵਾਈਟਰ ਹੈ ਉਹਨੂੰ ਜ਼ਿਆਦਾ ਤਵੱਜੋ ਦੇ ਰਿਹਾ ਜਾਂ ਜੋ ਇੱਥੇ ਆਉਣਾ ਚਾਹੁੰਦਾ ਉਹਦੀ ਪ੍ਰੋਫਾਈਲ ਇੰਪੋਰਟੈਂਟ ਹੈ। ਸੋ ਦੀ ਆਂਸਰ ਟੂ ਦਿਸ ਕੁਐਸਚਨ ਇਜ਼ ਦੀ ਐਪਲੀਕੈਂਟ ਇਜ਼ ਐਟ ਸਟੇਕ ਹੇਅਰ। ਜੋ ਵੀ ਐਪਲੀਕੈਂਟ ਦੀ ਪ੍ਰੋਫਾਈਲ ਹੋਏਗੀ ਉਹੀ ਜ਼ਿਆਦਾ ਮਹੱਤਵ ਰੱਖਦੀ ਹੈ ਵੀਜ਼ਾ ਆਫਿਸਰ ਦੀ ਨਿਗਾਹ ਦੇ ਵਿੱਚ। ਐਜ਼ ਐਨ ਇਨਵਾਈਟਰ ਨੋ ਡਾਊਟ ਤੁਸੀਂ ਇੱਕ ਲੈਟਰ ਆਫ ਇਨਵੀਟੇਸ਼ਨ ਉਹਨਾਂ ਨੂੰ ਜ਼ਰੂਰ ਦੇ ਸਕਦੇ ਹੋ ਐਂਡ ਯੂ ਕੈਨ ਟੈਲ them that you know the visa officer rather ਕਿ ਤੁਸੀਂ ਉਹਨਾਂ ਦੀ ਦੇਖਭਾਲ ਕਰੋਗੇ ਜਦੋਂ ਉਹ ਤੁਹਾਡੇ ਕੋਲ ਹੋਣਗੇ। ਇਸ ਤੋਂ ਵੱਧ ਆਪਾਂ ਕੁਝ ਵੀ ਨਹੀਂ ਕਰ ਸਕਦੇ। ਐਪਲੀਕੈਂਟ ਦਾ ਓਨਸ ਹੁੰਦਾ ਹੈ ਇਹ ਜਿਹੜਾ ਪ੍ਰੂਵ ਕਰਨਾ ਵੀਜ਼ਾ ਆਫਿਸਰ ਨੂੰ ਕਿ ਉਹ ਇੱਕ ਜੈਨੂਅਨ ਵਿਜ਼ਿਟਰ ਨੇ ਐਂਡ देयर ਓਨਲੀ ਇੰਟੈਂਸ਼ਨ ਇਜ਼ ਟੂ ਵਿਜ਼ਿਟ ਕੈਨੇਡਾ ਟੈਂਪਰੇਰੀਲੀ, ਤੇ ਉਸ ਤੋਂ ਬਾਅਦ ਉਹ ਵਾਪਸ ਵੀ ਚਲੇ ਜਾਣਗੇ। ਨਾਓ ਜਦੋਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਦੀ ਗੱਲ ਚੱਲਦੀ ਹੈ ਸਪੈਸੀਫਿਕਲੀ ਸਿਬਲਿੰਗਸ ਨੂੰ ਲੈ ਕੇ, ਤਾਂ ਕੁਝ ਖਾਸ ਡਾਕੂਮੈਂਟੇਸ਼ਨ ਨੇ ਜਾਂ ਖਾਸ ਤਿਆਰੀ ਹੈ ਜੋ ਆਪਾਂ ਵੇ ਅਹੈਡ ਆਫ ਟਾਈਮ ਕਰਨੀ ਹੁੰਦੀ ਹੈ। ਇਹ ਨਹੀਂ ਹੈ ਕਿ ਅਸੀਂ ਅੱਜ ਸੋਚਿਆ ਕਿ ਵਿਜ਼ਿਟਰ ਵੀਜ਼ਾ ਦੀ ਫਾਈਲ ਲਗਾਉਣੀ ਹੈ ਐਂਡ ਦੈਨ ਵੀ ਗੈਦਰ ਡਾਕੂਮੈਂਟਸ ਇਨ ਅ ਵੀਕ ਐਂਡ ਡੂ ਇਟ। ਜੇ ਤਾਂ ਤੁਹਾਡੇ ਸਿਬਲਿੰਗਸ ਜਿਹੜੇ ਨੇ ਉਹ ਉੱਥੇ ਵੈਲ ਟੂ ਡੂ ਨੇ, ਦੇ ਹੈਵ ਦੇਅਰ ਓਨ ਬਿਜ਼ਨਸ ਔਰ ਅ ਗੁੱਡ ਪੇਇੰਗ ਜੌਬ, ਪੜ੍ਹ ਰਹੇ ਨੇ, ਨਾਲ ਨਾਲ ਪ੍ਰੋਪਰ ਜਿਹੜੀ ਬੈਂਕ ਬੈਲੈਂਸ ਸ਼ੀਟਸ ਨੇ ਉਹ ਵੀ ਮੇਨਟੇਨਡ ਨੇ, ਦੈਨ ਦੈਟਸ ਅ ਡਿਫਰੈਂਟ ਸਟੋਰੀ। ਬਟ ਤੁਸੀਂ ਕਿਸੇ ਤੋਂ ਪੈਸੇ ਬੋਰੋ ਕਰਕੇ ਅਗਰ ਉਹਨਾਂ ਦੇ ਅਕਾਊਂਟ ਦੇ ਵਿੱਚ ਫੰਡਸ ਸ਼ੋ ਕਰਵਾ ਰਹੇ ਹੋ ਜਾਂ ਸਿੰਪਲੀ ਯੂ ਆਰ ਥਿੰਕਿੰਗ ਕਿ ਤੁਹਾਡਾ ਜਿਹੜਾ ਏਜੰਟ ਜਾਂ ਕੰਸਲਟੈਂਟ ਹੈ ਉਹੀ ਪੈਸੇ ਸ਼ੋ ਕਰ ਦੇਗਾ, ਦੈਨ ਯੂ ਆਰ ਮਿਸਟੇਕਨ ਹੇਅਰ। ਕੈਨੇਡੀਅਨ ਇਮੀਗ੍ਰੇਸ਼ਨ ਜੋ ਹੈ ਉਹ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾਂਦੀ ਹੈ ਜਦੋਂ ਉਹਨਾਂ ਨੇ ਦੇਖਣਾ ਹੁੰਦਾ ਕਿ ਫਾਈਨੈਂਸ਼ੀਅਲ ਇਸਟੈਬਲਿਸ਼ਮੈਂਟ ਕੀ ਹੈ ਐਪਲੀਕੈਂਟ ਦੀ ਜਾਂ ਉਹਨਾਂ ਦੀ ਅਸਲ ਇੰਟੈਂਸ਼ਨ ਕੀ ਹੈ ਕੈਨੇਡਾ ਦੇ ਵਿੱਚ ਆਉਣ ਦੀ। ਨਾਓ ਇਰਰਿਸਪੈਕਟਿਵ ਆਫ ਯੋਰ ਸਿਬਲਿੰਗਸ ਉਹਨਾਂ ਨੇ ਇੱਕ ਹੋਰ ਚੀਜ਼ ਦੇਖਣੀ ਹੁੰਦੀ ਹੈ, ਉਹ ਹੁੰਦੀ ਹੈ ਓਵਰਆਲ ਰਿਟਰਨ ਰੇਸ਼ੋ ਇੱਕ ਪਰਟੀਕੂਲਰ ਕੰਟਰੀ ਦੇ ਵਿੱਚੋਂ। ਫॉर एग्जाम्पल हाउ मैनी विजिटर्स टेंड टू रिटर्न बैक टू देयर होम कंट्री वैन दे कम टू कैनेडा। फॉर एग्जाम्पल ਅਸੀਂ ਆਪਾਂ ਇੱਥੇ ਆਡੀਅנס ਸਪੈਸੀਫਿਕ ਕੀਤੀ ਹੋਈ ਹੈ ਇੰਡੀਅਨ, ਪਾਕਿਸਤਾਨ ਜਾਂ ਹੋਰ ਏਸ਼ੀਅਨ ਕਮਿਊਨਿਟੀਜ਼ ਨੂੰ ਲੈ ਕੇ, ਤਾਂ ਆਪਾਂ ਨੂੰ ਵੀ ਪਤਾ ਹੈ ਕਿ ਮੋਸਟਲੀ ਜੋ ਵੀ ਕੈਨੇਡਾ ਦੇ ਵਿੱਚ ਆਉਂਦਾ ਹੈ ਦੇ ਨੈਵਰ ਰਿਟਰਨ, ਈਦਰ ਦੇ ਗੈਟ ਦੈਮਸੈਲਵਸ ਅ ਵਰਕ ਪਰਮਿਟ ਜਾਂ ਫਿਰ ਉਹ ਸਟੱਡੀ ਪਰਮਿਟ 'ਚ ਕਨਵਰਟ ਕਰਾ ਲੈਂਦੇ ਨੇ। ਤਾਂ ਇਹਦਾ ਓਵਰਆਲ ਇੰਪੈਕਟ ਜਿਹੜਾ ਹੈ ਉਹ ਮੋਸਟ ਐਪਲੀਕੈਂਟਸ ਦੇ ਉੱਤੇ ਜ਼ਰੂਰ ਪੈਂਦਾ। ਪਿੱਛੇ ਜੇ ਇੱਕ ਰਿਪੋਰਟ ਵੀ ਆਈ ਸੀ ਪਿਛਲੇ ਸਾਲ ਜਿਹਦੇ ਵਿੱਚ ਇਹ ਸਾਫ਼ ਕਿਹਾ ਹੋਇਆ ਸੀਗਾ ਕਿ ਇੰਡੀਅਨ ਜਿਹੜੇ ਐਪਲੀਕੈਂਟਸ ਨੇ ਉਹ ਬੈਕਪੈਕਰਸ ਨਹੀਂ ਨੇ ਕਿ ਝੋਲਾ ਚੱਕਿਆ ਤੇ ਘੁੰਮਣ ਚਲੇ ਗਏ, ਐਡਵੈਂਚਰ ਕਰਨ ਚਲੇ ਗਏ। ਦ ਮੂਮੈਂਟ ਯੂ ਨੋ ਦੇ ਗੋ ਟੂ ਅਨਦਰ ਕੰਟਰੀ their first priority is to get the status change from visitor to that of a student, work permit or a PR holder। ਇਸ ਕਰਕੇ ਦਾ ਸਿੱਧਾ ਇੰਪੈਕਟ ਸਾਰੀਆਂ ਐਪਲੀਕੇਸ਼ਨਸ ਦੇ ਉੱਤੇ ਪੈਂਦਾ ਹੈ। So why are we talking about visitor visa for siblings specifically in this video today? ਇਹਦਾ ਇੱਕੋ ਰੀਜ਼ਨ ਇਹ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਹਵਾ ਚੱਲੀ ਹੋਈ ਹੈ ਕਿ ਵਿਜ਼ਿਟਰ ਵੀਜ਼ਾ ਦਾ ਸਕਸੈਸ ਰੇਟ ਬਹੁਤ ਵਧੀਆ ਆ ਰਿਹਾ ਹੈ ਐਂਡ ਮੇਕ ਸ਼ੋਰ ਕਿ ਤੁਸੀਂ ਹੁਣੇ ਹੀ ਦਿਸ ਇਜ਼ ਦ ਬੈਸਟ ਟਾਈਮ ਔਰ ਗੋਲਡਨ ਟਾਈਮ ਦਾ ਨਾਮ ਵੀ ਦਿੱਤਾ ਜਾ ਰਿਹਾ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਕੁਝ ਕੰਸਲਟੈਂਟਸ ਦੇ ਦੁਆਰਾ, not only in India but Canada as well, ਕਿ ਇਹੀ ਸਮਾਂ ਹੈ ਆਪਣੇ ਪੈਰੈਂਟਸ ਨੂੰ ਜਾਂ ਸਿਬਲਿੰਗਸ ਨੂੰ ਬੁਲਾਉਣ ਦਾ। ਫॉर ਪੈਰੈਂਟਸ ਇਟਸ ਅ ਡਿਫਰੈਂਟ ਸਿਚੁਏਸ਼ਨ, ਬਟ ਜਦੋਂ ਵੀ ਸਿਬਲਿੰਗ ਦੀ ਗੱਲ ਆਉਂਦੀ ਹੈ ਮੇਕ ਸ਼ੋਰ ਤੁਹਾਡੇ ਸਿਬਲਿੰਗ ਦੀਆਂ ਸਟਰੋਂਗ ਟਾਈਜ਼ ਹੋਣ ਬੈਕ ਹੋਮ, ਉਹਨਾਂ ਕੋਲ ਰੀਜ਼ਨ ਹੋਵੇ ਪ੍ਰੂਵ ਕਰਨ ਦਾ, ਤੇ ਫਸਟ ਗੋ ਦੇ ਵਿੱਚ ਹੀ ਤੁਹਾਡੀ ਐਪਲੀਕੇਸ਼ਨ ਇੰਨੀ ਵਧੀਆ ਲੱਗੀ ਹੋਵੇ ਦੈਟ ਇਨ ਕੇਸ ਜੇ ਤੁਹਾਡੀ ਐਪਲੀਕੇਸ਼ਨ AI ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਰਿਫਿਊਜ਼ ਵੀ ਹੁੰਦੀ ਹੈ ਤਾਂ ਉਹਨੂੰ ਚੈਲੰਜ ਕੀਤਾ ਜਾ ਸਕੇ ਜੁਡੀਸ਼ੀਅਲ ਰਿਵਿਊ ਦੇ ਰਾਹੀਂ, ਅਗਰ ਰੀਕਨਸੀਡਰੇਸ਼ਨ ਦਾ ਵੀ ਕੁਝ ਪੋਜ਼ਿਟਿਵ ਇੰਪੈਕਟ
ਨਹੀਂ ਪੈਂਦਾ ਤੁਹਾਡੀ ਐਪਲੀਕੇਸ਼ਨ ਦੇ ਉੱਤੇ, ਬਿਕੋਜ਼ ਜਿਹੜੀ ਤੁਹਾਡੀ ਫਰਸਟ ਐਪਲੀਕੇਸ਼ਨ ਹੈ ਬੀਇੰਗ ਐਨ ਐਪਲੀਕੈਂਟ ਫॉर ਅ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ, ਉਹ ਬਹੁਤ ਮਾਇਨੇ ਰੱਖਦੀ ਹੈ ਤੁਹਾਡੀਆਂ ਫਿਊਚਰ ਐਪਲੀਕੇਸ਼ਨਸ ਨੂੰ ਲੈ ਕੇ। ਆਈ ਹੈਵ ਸੀਨ ਪੀਪਲ ਇੰਡੀਆ ਤੋਂ ਮਾਸਟਰਸ ਜਾਂ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ, ਜਸਟ ਬਿਕੋਜ਼ ਦੇ ਚੋਜ਼ ਟੂ ਫਾਈਲ ਦੇਅਰ ਐਪਲੀਕੇਸ਼ਨ ਥਰੂ ਅ ਘੋਸਟ ਕੰਸਲਟੈਂਟ। ਉਹ ਘੋਸਟ ਕੰਸਲਟੈਂਟ ਉਹਨਾਂ ਨੂੰ ਇੱਕ 12ਵੀਂ ਪਾਸ ਲਿਖ ਦਿੰਦਾ ਐਂਡ देयर एंटायर लाइफ और एप्लीकेशन इज़ मैस्ड अप। ਸਾਡੇ ਕੋਲ ਇਹ ਵੀ ਕੇਸਿਸ ਨੇ ਜਿਹਦੇ ਵਿੱਚ ਤੁਹਾਡੇ ਇੰਡੀਅਨ ਕੰਸਲਟੈਂਟ ਨੇ ਮਾਸਟਰ ਸੀ ਤੁਹਾਡੀ, ਬਟ ਤੁਹਾਨੂੰ ਬਿਨਾਂ ਪੁੱਛੇ ਕਿ ਤੁਹਾਡੀ ਐਜੂਕੇਸ਼ਨ ਬੈਕ ਹੋਮ ਕੀ ਹੈ +2 ਲਿਖ ਦਿੱਤੀ ਐਂਡ ਯੂ ਡਿਡਨਟ ਨੋ ਦੈਟ। ਤੁਸੀਂ ਕੈਨੇਡਾ ਆਏ ਵਿਜ਼ਿਟਰ ਤੇ, ਤੁਸੀਂ ਦੁਬਾਰਾ ਇੱਥੇ ਵਰਕ ਜਾਂ ਸਟੱਡੀ ਪਰਮਿਟ ਲੈਣ ਦੀ ਟਰਾਈ ਕੀਤੀ ਐਂਡ ਨਾਓ ਯੂ ਮੈਂਸ਼ਨਡ ਇਟ ਐਜ਼ ਯੋਰ ਐਕਚੁਅਲ ਐਜੂਕੇਸ਼ਨ ਜੋ ਮਾਸਟਰਸ ਜਾਂ ਬੈਚਲਰਸ ਤੁਸੀਂ ਕੀਤੀ ਸੀ। ਐਂਡ ਇੰਸਟੈਡ ਆਫ ਗੈਟਿੰਗ ਅ ਸਟੱਡੀ ਪਰਮਿਟ ਔਰ ਅ ਵਰਕ ਪਰਮਿਟ, ਵੀਜ਼ਾ ਆਫਿਸਰ ਤੁਹਾਨੂੰ ਇੱਕ PFL ਜਾਰੀ ਕਰ ਦਿੰਦਾ, ਪ੍ਰੋਸੀਜਰਲ ਫੇਅਰਨੈਸ ਲੈਟਰ, ਜਿਹਦੇ ਵਿੱਚ ਉਹਨਾਂ ਦੀ ਇੰਟੈਂਸ਼ਨ ਹੁੰਦੀ ਹੈ ਕਿ ਤੁਹਾਨੂੰ ਮਿਸ ਰਿਪਰੈਜ਼ੈਂਟੇਸ਼ਨ ਦੇ ਅੰਦਰ 5 ਈਅਰ ਬੈਨ ਲਗਾਇਆ ਗਿਆ ਹੈ। Now in that particular scenario you cannot blame the host consultant because he is ghost, he is never in the picture. Visa officer is going to think ਕਿ ਤੁਸੀਂ ਫਾਈਲ ਆਪਣੀ ਆਪ ਲਗਾਈ ਹੋਈ ਹੈ। ਸੋ ਇਸ ਕਰਕੇ ਦੁਬਾਰਾ ਮੈਂ ਇਹੀ ਕਹੂੰਗੀ ਕਿ ਨੈਵਰ ਗੋ ਵਿਦ ਦ ਫਲੋ। ਇਮੀਗ੍ਰੇਸ਼ਨ ਦੇ ਵਿੱਚ ਟ੍ਰੈਂਡ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਇਟਸ ਨਾਟ ਫੈਸ਼ਨ ਯੂ ਫੋਲੋ ਕਿ ਅੱਜ ਕੱਲ੍ਹ ਇਸ ਚੀਜ਼ ਦਾ ਟ੍ਰੈਂਡ ਹੈ ਤਾਂ ਅਸੀਂ ਵੀ ਇਹੀ ਕਰ ਲੈਂਦੇ ਹਾਂ। ਇਟਸ ਯੋਰ ਇਮੀਗ੍ਰੇਸ਼ਨ ਐਪਲੀਕੇਸ਼ਨ, ਟੇਕ ਇਟ ਸੀਰੀਅਸਲੀ, ਕਿਸੇ ਦੀ ਲਾਈਫ ਨਾ ਖਰਾਬ ਕਰੋ ਜਸਟ ਫॉर द ਸੇਕ ਆਫ ਗੈਟਿੰਗ ਅਪਰੂਵਲ, ਕਿਉਂਕਿ ਤੁਹਾਨੂੰ ਕਿਸੇ ਨੇ ਕਿਹਾ ਕਿ ਅਪਰੂਵਲ ਆ ਜਾਏਗਾ ਤਾਂ ਤੁਸੀਂ ਵੀ ਬਿਨਾਂ ਬੈਂਕ ਬੈਲੈਂਸ ਦੇਖੇ, ਬਿਨਾਂ ਇਹ ਜਾਣੇ ਸੋਚੇ ਕਿ ਤੁਹਾਡੇ ਭੈਣ ਭਰਾ ਦੀ ਇੰਡੀਆ ਦੇ ਵਿੱਚ ਵਾਪਸ ਜਾਣ ਦੀ ਵਜ੍ਹਾ ਕੀ ਹੋ ਸਕਦੀ ਹੈ, ਤਾਂ ਤੁਸੀਂ ਇੱਕ ਸਿੰਪਲ ਐਪਲੀਕੇਸ਼ਨ ਲਗਾ ਦਿੰਦੇ ਹੋ। it is going to be a refusal for 100% even if other applications are being approved, ਕਿਉਂਕਿ ਵੀਜ਼ਾ ਆਫਿਸਰ ਨੂੰ ਇਹ ਨਹੀਂ ਕਿਹਾ ਹੋਇਆ ਕਿ ਇਸ ਵਾਰ ਜੀ 골ਡਨ ਐਰਾ ਤੇ ਅਸੀਂ ਸਭ ਦੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਅਪਰੂਵ ਕਰਨੀਆਂ ਨੇ। ਇੱਕ ਹੋਰ ਕੇਸ ਆਇਆ ਸਾਡੇ ਕੋਲ, ਦੇਖਿਆ ਚੰਗੀ ਪ੍ਰੋਫਾਈਲ ਸੀ, ਅਮਰੀਕਾ ਦੀ ਅੱਛੀ ਵਿਜ਼ਿਟਰ ਹਿਸਟਰੀ ਸੀਗੀ, ਗਏ ਹੋਏ ਆ 2-3 ਵਾਰ, ਫਿਰ ਵੀ ਰਿਫਿਊਜ਼ ਹੋਇਆ। ਦੇਖਿਆ ਨੋਟਸ ਕਢਵਾਏ ਤੇ ਐਪਲੀਕੇਸ਼ਨ ਵੀ ਦੇਖੀ। ਇੰਡੀਆ ਕੰਸਲਟੈਂਟ ਨੇ ਕੀ ਕੀਤਾ ਸੀ, ਸਿਰਫ ਇੱਕ ਫਾਰਮ ਭਰਿਆ ਹੋਇਆ ਸੀ, ਨਾ ਕੋਈ ਬੈਂਕ ਬੈਲੈਂਸ ਲਗਾਇਆ, ਨਾ ਇੱਧਰੋਂ ਕੋਈ ਲੈਟਰ ਆਫ ਇਨਵੀਟੇਸ਼ਨ ਸੀ, ਨਾ ਹੀ ਇਹ ਦੱਸਿਆ ਕਿ ਜਾਣਾ ਕਿਉਂ ਹੈ, ਵਾਟ ਇਜ਼ ਦ ਪਰਪਜ਼ ਆਫ ਵਿਜ਼ਿਟ। ਸੋ ਨੇਮਲੀ ਪਰਪਜ਼ ਆਫ ਵਿਜ਼ਿਟ, ਇੰਟੈਂਸ਼ਨ ਆਫ ਵਿਜ਼ਿਟ ਥੋੜੀ ਕਲੀਅਰ ਹੋਣੀ ਚਾਹੀਦੀ ਹੈ। ਤੇ ਜਿਹੜੀ ਤੁਹਾਡੀ ਫੰਡਸ ਦੀ ਹਿਸਟਰੀ ਹੈ ਐਟਲੀਸਟ ਵੀ ਪ੍ਰੈਫਰ 6 to 8 ਮੰਥਸ ਪੁਰਾਣੇ ਹੋਣ। ਜੇ ਤੁਸੀਂ ਕਿਸੇ ਤੋਂ ਬੋਰੋ ਕਰ ਰਹੇ ਹੋ ਜਾਂ ਰੀਸੈਂਟ ਫੰਡਸ ਨੇ ਤਾਂ ਉਹਦੀਆਂ ਪ੍ਰੋਪਰ ਐਕਸਪਲੇਨੇਸ਼ਨ ਜ਼ਰੂਰ ਲੱਗੀ ਹੋਵੇ, ਕਿਉਂਕਿ ਅਗੈਨ ਆਈ ਵੁੱਡ ਸੇ ਕਿ ਇਹ ਮਤਲਬ ਹਵਾ ਨਹੀਂ ਚੱਲੀ ਹੋਈ ਕਿ ਸਭ ਦੇ ਹੀ ਅਪਰੂਵਲਸ ਆ ਰਹੇ ਨੇ। ਜੇ ਤੁਹਾਡੀ ਫਾਈਲ ਵੀਕ ਹੈ, 99 ਫਾਈਲਾਂ ਅਗਰ ਅਪਰੂਵ ਹੋਈਆਂ ਨੇ, 100ਵੀਂ ਫਾਈਲ ਤੁਹਾਡੀ ਰਿਫਿਊਜ਼ ਹੋ ਸਕਦੀ ਹੈ ਇਫ ਯੂਰ ਫਾਈਲ ਡਜ਼ ਨਾਟ ਜਸਟੀਫਾਈ ਵਾਟ ਯੂ ਆਰ ਟਰਾਈਂਗ ਟੂ ਸੇ, ਤੁਸੀਂ ਉੱਥੇ ਕੀ ਕਰਨ ਜਾ ਰਹੇ ਹੋ। ਸੋ ਇਸ ਕੇਸ ਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਹੈ, ਪਲੀਜ਼ ਨੋਟ ਜਿਹੜੀਆਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਐਪਲੀਕੇਸ਼ਨਸ ਹੁੰਦੀਆਂ ਨੇ, ਜਿਹੜੀਆਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨਸ ਹੁੰਦੀਆਂ ਨੇ, ਉਹ ਇੱਕ ਟੈਂਪਰੇਰੀ ਸਟੇ ਦੇ ਲਈ ਹੁੰਦੀਆਂ ਨੇ। ਤੁਹਾਡੀ ਪ੍ਰੋਪਰ ਇੰਟੈਂਸ਼ਨ ਹੋਣੀ ਚਾਹੀਦੀ ਹੈ, ਤੁਸੀਂ ਬਿਜ਼ਨਸ ਵਿਜ਼ਿਟ ਲਈ ਜਾ ਰਹੇ ਹੋ, ਫੈਮਿਲੀ ਵਿਜ਼ਿਟ ਲਈ ਜਾ ਰਹੇ ਹੋ, ਟੂਰਿਜ਼ਮ ਲਈ ਜਾ ਰਹੇ ਹੋ, ਕੋਈ ਟੂਰਨਾਮੈਂਟ ਹੈ ਉਹ ਦੇਖਣ ਜਾ ਰਹੇ ਹੋ, ਜਾਂ ਕੋਈ ਈਵੈਂਟ ਹੈ ਉਹਨੂੰ ਅਟੈਂਡ ਕਰਨ ਜਾ ਰਹੇ ਹੋ, ਤਾਂ ਪ੍ਰੋਪਰ ਉਹਦੇ ਪ੍ਰੂਫ ਹੋਣੇ ਚਾਹੀਦੇ ਆ, ਜਸਟੀਫਾਈ, ਤਾਂ ਕਿ ਤੁਸੀਂ ਕਰ ਸਕੋ ਆਪਣੀ ਜਿਹੜੀ ਇੰਟੈਂਸ਼ਨ ਹੁੰਦੀ ਹੈ ਵਿਜ਼ਿਟ ਦੀ, ਤੁਸੀਂ ਉੱਥੇ ਜਾ ਕੇ ਕਰਨਾ ਕੀ ਹੈ ਉਹ ਵੀ ਜ਼ਰੂਰ ਐਕਸਪਲੇਨ ਕਰੋ। ਤੁਹਾਡੇ ਕੋਲ ਡੇਟਸ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕਿ ਵਾਟ ਆਰ ਦ ਥਿੰਗਸ ਦੈਟ ਯੂ ਆਰ ਪਲੈਨਿੰਗ ਟੂ ਡੂ ਇਨ ਦੋਜ਼ ਪਰਟੀਕੂਲਰ ਡੇਟਸ। ਉਸ ਤੋਂ ਇਲਾਵਾ ਫੰਡਸ ਓਬਵੀਅਸਲੀ ਹੋਣੇ ਚਾਹੀਦੇ ਨੇ। ਕਈ ਵਾਰ ਹੁਣ ਯੰਗ ਸਿਬਲਿੰਗਸ ਨੇ, ਫੋਰ ਐਗਜ਼ਾਮਪਲ 22 ਸਾਲ 23 ਸਾਲ 24 ਸਾਲ ਕੁਝ ਕਮਾ ਨਹੀਂ ਰਹੇ ਨੇ ਕੁਝ ਵੀ, ਤਾਂ ਹੋ ਸਕਦਾ ਤੁਸੀਂ ਉਹਨਾਂ ਦੀ ਇੱਥੇ ਸਪੋਰਟ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਨਾਲ ਬੈਂਕ ਬੈਲੈਂਸ ਸਰਟੀਫਿਕੇਟ ਜ਼ਰੂਰ ਲਗਾਓ, ਜਾਂ ਹੋ ਸਕਦਾ ਤੁਹਾਡੇ ਪੈਰੈਂਟਸ ਲਗਾ ਰਹੇ ਨੇ ਤਾਂ ਐਫੀਡੇਵਿਟ ਆਫ ਸਪੋਰਟ ਜਾਂ ਗਿਫਟ ਡੀਡ ਲੱਗੇਗਾ। ਉਹ ਓਬਵੀਅਸਲੀ ਜਦੋਂ ਵੀ ਤੁਸੀਂ ਸਾਨੂੰ ਐਜ਼ ਅ ਕੰਸਲਟੈਂਟ ਅਗਰ ਚੂਜ਼ ਕਰਦੇ ਹੋ ਜਾਂ ਵੈਸੇ ਤੁਹਾਡੇ ਕੋਈ ਕੁਐਸਚਨਸ ਹੈ, ਵੀ ਵਿਲ ਬੀ ਏਬਲ ਟੂ ਗਿਵ ਯੂ ਅ ਪ੍ਰੋਪਰ ਡਾਕੂਮੈਂਟ ਚੈੱਕਲਿਸਟ ਕਿ ਤੁਹਾਡੇ ਕੇਸ ਦੇ ਵਿੱਚ ਕੀ ਲੱਗੇਗਾ। ਨੈਵਰ ਕੰਸਲਟ ਯੋਰ ਫਰੈਂਡ, ਜਾਂ ਅਗਰ ਕਿਸੇ ਦਾ ਵੀਜ਼ਾ ਆਇਆ ਕਿ ਤੂੰ ਆਪਣੇ ਡਾਕੂਮੈਂਟਸ ਕਿਹੜੇ ਲਗਾਏ ਸੀ, ਯੂ ਕੈਨ ਗਿਵ ਮੀ ਦੈਟ ਐਂਡ ਮੈਂ ਵੀ ਉਹੀ ਕਾਪੀ ਪੇਸਟ ਕਰ ਦੂੰਗਾ, ਸਿਰਫ ਨਾਮ ਬਦਲ ਕੇ, ਰਾਈਟ। ਦਿਸ ਇਜ਼ ਨਾਟ ਹਾਊ ਐਨ ਇਮੀਗ੍ਰੇਸ਼ਨ ਐਪਲੀਕੇਸ਼ਨ ਵਰਕਸ ਔਰ ਇਟ ਸ਼ੁੱਡ ਵਰਕ। ਸੋ ਈਚ ਕੇਸ ਇਜ਼ ਡਿਫਰੈਂਟ। ਵੀਜ਼ਾ ਆਫਿਸਰ ਨੇ ਬਰੀਕੀਆਂ ਵੀ ਨੋਟ ਕਰਨੀਆਂ ਹੁੰਦੀਆਂ ਨੇ ਕਿ ਤੁਹਾਡੀ ਫੋਰ ਐਗਜ਼ਾਮਪਲ ਅਗਰ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ ਤਾਂ ਤੁਹਾਡਾ ਇੰਡੀਆ ਦੇ ਵਿੱਚ ਕੀ ਸਕੋਪ ਹੈ, ਰਾਈਟ, ਕਿੰਨੀ ਜੌਬ ਮਿਲ ਸਕਦੀ ਹੈ, ਕਿੰਨੀ ਪੇ ਤੇ ਤੁਹਾਨੂੰ ਮਿਲ ਸਕਦੀ ਹੈ, ਤਾਂ ਹੀ ਤਾਂ ਤੁਸੀਂ ਵਾਪਸ ਜਾਓਗੇ, ਰਾਈਟ। ਸੋ ਮੇਕ ਸ਼ੋਰ, ਹੁਣ ਤੁਸੀਂ ਕਹੋਗੇ ਕਿ ਇਹਦਾ ਮਤਲਬ ਅਸੀਂ ਆਪਣੇ ਭੈਣ ਭਰਾ ਨੂੰ ਕਦੇ ਬੁਲਾ ਹੀ ਨਹੀਂ ਸਕਦੇ, ਨੋ, ਦਿਸ ਇਜ਼ ਨਾਟ ਕਰੈਕਟ। ਪਲਾਨ ਕਰੋ ਐਪਲੀਕੇਸ਼ਨ ਨੂੰ। ਬਹੁਤ ਜਣੇ ਅਸੀਂ ਦੇਖੀ ਦੇ, ਇਵਨ ਇਫ ਦੇ ਹਾਇਰ ਅਸ, ਉਹਨਾਂ ਨੂੰ ਹੁੰਦਾ ਕਿ ਅੱਜ ਡਾਕੂਮੈਂਟਸ ਅਸੀਂ ਭੇਜ ਤੇ, ਚਾਹੇ ਫੋਟੋ ਖਿੱਚ ਕੇ ਭੇਜੀ ਹੈ, ਡਾਕੂਮੈਂਟਸ ਕਲੀਅਰ ਨਹੀਂ ਹੈ, ਕੁਝ ਵੀ ਹੈ, ਬਸ ਕੱਲ ਤੱਕ ਫਾਈਲ ਲੱਗ ਜੇ, ਰਾਈਟ। ਸੋ ਇਮੀਗ੍ਰੇਸ਼ਨ ਦੇ ਵਿੱਚ ਕਾਹਲੀ ਕਦੇ ਵੀ ਸਾਨੂੰ ਨਹੀਂ ਕਰਨੀ ਚਾਹੀਦੀ। ਜੋ ਵੀ ਤੁਹਾਡੇ ਸਵਾਲ ਹੁੰਦੇ ਨੇ ਪੁੱਛੋ ਕਿ ਸਾਡਾ ਜਿਹੜੇ ਡਾਕੂਮੈਂਟਸ ਨੇ ਉਹ ਕੰਪਲੀਟ ਨੇ, ਕਲੀਅਰ ਨੇ, ਪਰਪਸ ਸੋਲਵ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਰਾਈਟ।
ਅਕਸਰ ਅਸੀਂ ਇਹ ਦੇਖਿਆ ਖਾਸ ਕਰ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਕਿ ਡਾਕੂਮੈਂਟਸ ਨੂੰ ਸਜਾਉਣ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ ਦੇ ਨੋ ਕਿ ਇੱਕ ਤਾਂ ਜੀ ਐਫੀਡੇਵਿਟ ਹੋਣਾ ਚਾਹੀਦਾ ਸਾਡੀ ਐਪਲੀਕੇਸ਼ਨ ਦੇ ਵਿੱਚ, ਇੱਕ ਅੱਧੀ ਅਟੈਸਟਡ ਹੋਣੇ ਚਾਹੀਦੇ ਨੇ, ਰਾਈਟ। ਇਹ ਚੀਜ਼ਾਂ ਜ਼ਰੂਰੀ ਵੀ ਨਹੀਂ ਹੈ। ਯੂ ਡੂ ਨਾਟ ਇਵਨ ਨੀਡ ਅਟੈਸਟੇਸ਼ਨ ਆਫ ਡਾਕੂਮੈਂਟਸ ਜਾਂ ਐਫੀਡੇਵਿਟਸ ਲਗਾਣੇ, ਸਿੰਪਲ ਐਕਸਪਲੇਨੇਸ਼ਨ ਵੀ ਚੱਲ ਜਾਂਦੀ ਹੈ, ਰਾਈਟ। ਬਟ ਐਟ ਦ ਸੇਮ ਟਾਈਮ ਤੁਹਾਡੀ ਐਕਸਪਲੇਨੇਸ਼ਨ ਦੇ ਵਿੱਚ ਦਮ ਹੋਣਾ ਚਾਹੀਦਾ। ਯੂ ਸ਼ੁੱਡ ਬੀ ਏਬਲ ਟੂ ਕਨਵਿੰਸ ਦ ਵੀਜ਼ਾ ਆਫਿਸਰ। ਬੇਸਿਕ ਡਾਕੂਮੈਂਟੇਸ਼ਨ ਹੁੰਦੀ ਹੈ, ਬਟ ਅਗਰ ਬੇਸਿਕ ਵੀ ਗਲਤ ਹੋ ਜੇ ਦੈਨ ਇਟ ਇਜ਼ ਆਫ ਨੋ ਯੂਜ਼। ਅਸੀਂ ਐਪਲੀਕੇਸ਼ਨਸ ਰਿਫਿਊਜ਼ ਹੁੰਦੇ ਦੇਖਿਆ, 2 ਕਰੋੜ ਪ੍ਰੋਪਰਟੀ ਲਗਾਤੀ, 3 ਕਰੋੜ ਲਗਾਤੀ ਸੀਏ ਦੀ ਰਿਪੋਰਟ ਦੀ, ਰਾਈਟ। ਬਟ ਅਗੈਨ ਐਪਲੀਕੇਸ਼ਨ ਇਜ਼ ਰਿਫਿਊਜ਼ਡ। ਕਿਉਂ? ਕਿਉਂਕਿ ਪ੍ਰੋਪਰ ਐਕਸਪਲੇਨੇਸ਼ਨ ਹੀ ਨਹੀਂ ਸੀ। ਸੀਏ ਰਿਪੋਰਟ ਪੈਰੈਂਟਸ ਦੀ ਲਗਾਈ ਹੁੰਦੀ ਹੈ ਤੇ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਜਿਹੜੀ ਆ ਬੱਚਿਆਂ ਦੀ ਹੁੰਦੀ ਹੈ, ਵਿਦਆਊਟ ਐਨੀ ਜਸਟੀਫਿਕੇਸ਼ਨ, ਪਾਵਰ ਆਫ ਅਟਾਰਨੀ, ਐਕਸਪਲੇਨੇਸ਼ਨ, ਰਾਈਟ। ਸੋ ਬਿਫੋਰ ਯੂ ਟੇਕ ਦਿਸ ਡਿਸੀਜਨ ਟੂ ਇਨਵਾਈਟ ਯਰ ਲਵਡ ਵਨਸ ਟੂ ਕੈਨੇਡਾ, ਮੇਕ ਸ਼ੋਰ ਤੁਹਾਡੀ ਪੂਰੀ ਤਿਆਰੀ ਹੈ। ਉਹਨਾਂ ਨੂੰ ਆਪਾਂ ਇੱਕਦਮ ਗਰੀਬ ਸ਼ੋਅ ਕਰਕੇ ਜਾਂ ਇੱਕਦਮ ਤੁਹਾਡੇ ਤੇ ਡਿਪੈਂਡੈਂਟ ਸ਼ੋਅ ਕਰਕੇ ਇੱਥੇ ਨਹੀਂ ਬੁਲਾਣਾ। ਵੀ ਹੈਵ ਟੂ ਸ਼ੋਅ ਦਮ ਐਜ਼ ਸੈਲਫ ਸਫੀਸ਼ੀਐਂਟ। ਜੋ ਵੀ ਐਕਚੁਅਲ ਹੁੰਦਾ ਉਹ ਦੱਸਣਾ ਐਂਡ ਕੋਈ ਜਾਲੀ ਡਾਕੂਮੈਂਟਸ ਨਹੀਂ ਯੂਜ਼ ਕਰਨੇ। ਐਂਡ ਵੀ ਵਿਲ ਟਰਾਈ ਆਰ ਬੈਸਟ ਟੂ ਬ੍ਰਿੰਗ ਯਰ ਲਵਡ ਵਨਸ ਟੂ ਕੈਨੇਡਾ। ਜੇ ਤੁਹਾਡੇ ਕੋਈ ਵੀ ਸਵਾਲ ਨੇ, ਡਾਕੂਮੈਂਟ ਚੈੱਕਲਿਸਟ ਚਾਹੀਦੀ ਹੈ ਵਿਜ਼ਿਟਰ ਵੀਜ਼ਾ ਨੂੰ ਲੈ ਕੇ, ਜਾਂ ਕਿਵੇਂ ਤੁਸੀਂ ਚਾਂਸਸ ਜਿਹੜੇ ਨੇ ਆਪਣੇ ਸਿਬਲਿੰਗਸ ਦੇ ਉਹ ਇੰਪਰੂਵ ਕਰ ਸਕਦੇ ਹੋ ਉਹਨਾਂ ਨੂੰ ਕੈਨੇਡਾ ਬੁਲਾਉਣ ਲਈ, ਫੀਲ ਫਰੀ ਟੂ ਕੰਟੈਕਟ ਅਸ। ਐਂਡ ਇੱਕ ਹੋਰ ਗੱਲ, ਜੇ ਕੋਈ ਕੰਸਲਟੈਂਟ ਤੁਹਾਨੂੰ 100% ਗਾਰੰਟੀ ਦੇ ਰਿਹਾ ਕਿ ਤੁਹਾਡੇ ਵੀਜ਼ਾ ਅਪਰੂਵਲ ਆਏਗੀ ਹੀ ਆਏਗੀ, ਮੇਕ ਸ਼ੋਰ ਯੂ ਰਨ ਫਰਮ ਦੇਅਰ ਬਿਕੋਜ਼ ਦੈਟਸ ਅ ਸਕੈਮ। ਥੈਂਕ ਯੂ।